ਤੁਸੀਂ ਬਹੁਤ ਖੌਫਨਾਕ ਕਦਮ ਚੱਕਣ ਜਾ ਰਹੇ ਸੀਗੇ, ਕੀ ਹੋਇਆ ਇਦਾਂ ਦਾ ਕਿ ਤੁਹਾਨੂੰ ਇੰਨਾ ਐਕਸਟ੍ਰੀਮ ਕਦਮ ਚੁੱਕਣਾ ਪਿਆ? MRI ਕਰਾਈ ਬਕਾਇਦਾ, ਖੁਦ ਮਾਰਨ ਤੋਂ ਬਾਅਦ 10,000 ਰੁਪਇਆ ਲਗਾਇਆ ਇਹਨੇ ਮਾਰਨ ਤੋਂ ਬਾਅਦ ਕਿ ਸ਼ਾਇਦ ਡਰ ਦੀ ਵਜ੍ਹਾ ਨਾਲ ਕਿ ਕਿਤੇ ਹੁਣ ਮਸਲਾ ਜ਼ਿਆਦਾ ਨਾ ਵੱਧ ਜਾਵੇ। ਇੱਕ ਗਲਤ ਨੂੰ ਮੈਂ ਸਹੀ ਕਰਨ ਦਾ ਦਮ ਰੱਖਦੀ ਸੀ, ਮੈਂ ਸੁਧਾਰਨ ਦੀ ਕੋਸ਼ਿਸ਼ ਕੀਤੀ, ਮੈਂ ਵਾਪਸ ਆਈ, ਲੇਕਿਨ ਇੱਥੇ ਵੀ ਇਹਨਾਂ ਦੇ ਹਾਲਾਤ ਨਹੀਂ ਸੁਧਰੇ। ਗਲੀ ਦੇ ਸਾਹਮਣੇ ਮਾਰਿਆ, ਬਕਾਇਦਾ ਕੈਮਰਾ ਵੀ ਬੋਲਦਾ ਹੈ ਕਿ ਇਹਨਾਂ ਨੇ ਮੈਨੂੰ ਬਹੁਤ ਕੁੱਟਿਆ, ਉਹਨਾਂ ਨੂੰ ਵੀ ਧਮਕੀਆਂ ਦਿੱਤੀਆਂ, ਗਲੀ ਵਾਲਿਆਂ ਨੂੰ ਵੀ, ਲੇਕਿਨ ਇਹ ਮੈਨੂੰ ਮਾਰ ਮੁਰ ਕੇ ਨੱਠ ਗਿਆ ਇੱਥੋਂ ਦੀ। ਤੁਸੀਂ ਮਹੱਲੇ 'ਚ ਜਾ ਕੇ ਪੁੱਛ ਸਕਦੇ ਹੋ, ਜਿੱਥੇ ਮੈਂ ਰੈਂਟ ਤੇ ਰਹਿਣਾਗਾ, ਤੁਸੀਂ ਉੱਥੇ ਜਾਓ, ਜਾ ਕੇ ਇਨਕੁਆਇਰੀ ਕਰੋ। ਕਹਿ ਦੇਣ ਅੱਜ ਤੱਕ 4 ਮਹੀਨਾ ਮੇਰੀ ਉੱਚੀ ਆਵਾਜ਼ ਕਿਸੇ ਨੇ ਗੱਲ ਵੀ ਸੁਣੀ ਹੋਵੇ ਤਾਂ। ਇਹਦਾ ਪੈਸਾ ਚੱਲਦਾ ਹੈ। ਮੈਂ ਡਾਬਾ ਥਾਣਾ ਵੀ ਲਿਖਾਇਆ ਸੀ, ਪ੍ਰੂਫ ਵੀ ਦਿੱਤੇ ਸੀ। ਉਹ ਪ੍ਰੂਫ ਦੇ ਬਾਵਜੂਦ ਇਹਨੇ ਮੈਨੂੰ ਘਰ ਜਾ ਕੇ ਕਿਹਾ ਕਿ 3,000 ਰੁਪਇਆ ਮੈਂ ਖੁਦ ਉੱਥੇ ਦੇ ਕੇ ਆਇਆ ਵਾਂ। ਉਹਦੇ 'ਚ ਵੀ ਮੈਨੂੰ ਇਹਨੇ ਇਹ ਗੱਲ ਕਹਿਤੀ ਡਾਬਾ ਥਾਣੇ ਵਾਲੇ ਨੇ ਕਿ ਤੈਨੂੰ ਇੱਥੇ ਨਹੀਂ ਮਿਲਣਾ ਮੁਲਣਾ ਕੁਛ, ਜਾ ਕੇ ਆਪਣੀ ਕੰਪਲੇਂਟ ਉੱਥੇ ਲੈ ਕੇ ਜਾ ਵੂਮੈਨ ਸੈੱਲ ਦੇ ਵਿੱਚ। 3 ਬੱਚਿਆਂ ਨਾਲ ਮੈਂ ਕੋਆਪਰੇਟ ਕੀਤਾ, ਬੱਚਿਆਂ ਨੂੰ ਸੰਭਾਲਿਆ, ਇਹਦੀ ਬੇਟੀ ਨੂੰ ਪੁੱਛੋ ਹਰ ਚੀਜ਼, ਬੇਟੀ ਨੂੰ ਅੱਛੀ ਲਾਈਫ ਦਿੱਤੀ, ਪਾਠ ਪੂਜਾ ਕਰਨੀ ਸਿਖਾਈ। ਮੇਰੇ 'ਚ ਕੀ ਗੰਦਗੀ ਸੀਗੀ, ਕੀ ਗੰਦਗੀ ਹੈ ਜਿਹੜਾ ਇਹਨਾਂ ਨੇ ਮੈਨੂੰ ਘਰੋਂ ਕੱਢਦਾ। ਜੇ ਮੈਂ ਲਾਲਚੀ ਹੋਵਾਂ ਕਿਸੇ ਚੀਜ਼ ਦੀ ਤਾਂ ਦੀਦੀ ਮੈਂ ਡੱਟ ਕੇ ਉਸ ਘਰ 'ਚ ਰਹਿ ਸਕਦੀ ਜਿੱਥੇ ਮੈਨੂੰ ਵਿਆਹ ਕੇ ਲੈ ਕੇ ਗਿਆ ਵਾ। ਮੈਰਿਜ ਤੋਂ ਬਾਅਦ ਨਾ ਇਹ ਆਪਣੇ ਬॉयਫ੍ਰੈਂਡ ਨਾਲ ਗੱਲਾਂ ਮਾਰਦੀ ਸੀਗੀ। ਇਹਦੇ ਬॉयਫ੍ਰੈਂਡ ਨੇ ਮੈਨੂੰ ਇਹਦੀਆਂ ਵਿਆਹ ਤੋਂ ਬਾਅਦ ਦੀਆਂ ਫੋਟੋਆਂ ਭੇਜੀਆਂ। ਮੇਰੇ ਘਰ ਰਹਿ ਕੇ ਮੈਂ ਆਪਣੇ ਬॉयਫ੍ਰੈਂਡ ਨੂੰ ਬੁਲਾਇਆ ਗਿਆ, ਆਲੋ ਦੀਆਂ ਫੋਟੋਆਂ। ਮੇਰਾ ਘਰ ਆ ਮੈਨੂੰ ਟੌਰਚਰ ਕਰਦਾ, ਬਹੁਤ ਵਾਰ ਕਰ ਚੁੱਕਾ, 1.5 ਸਾਲ 'ਚ ਬਹੁਤ ਵਾਰ ਟੌਰਚਰ ਕੀਤਾ, ਬਹੁਤ ਬੁਰੀ ਤਰ੍ਹਾਂ ਮਾਰਿਆ, ਮੇਰੇ ਦੰਦ ਤੱਕ ਤੋੜਤੇ, ਬਹੁਤ ਕਦੀ ਹੱਡੀਆਂ ਤੋੜ ਦਿੰਦਾ ਕੁਛ। ਇਹਦੇ ਬॉयਫ੍ਰੈਂਡ ਦੀਆਂ ਫੋਟੋਆਂ ਆਣੀਆਂ ਵਿਆਹ ਤੋਂ ਬਾਅਦ ਦੀਆਂ, ਆਲੋ। ਠੀਕ ਆ ਜੀ, ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਮੈਂ ਸਾਰੀ ਗੱਲਾਂ ਦੱਸ ਕੇ ਵਿਆਹ ਕਰਾਇਆ। ਮੈਂ ਵਿਆਹ ਤੋਂ ਬਾਅਦ ਦੀਆਂ ਫੋਟੋਆਂ ਨੇ ਜੀ, ਮੈਨੂੰ ਕੁਝ ਨਹੀਂ ਦੱਸਿਆ। ਜੇ ਮੈਨੂੰ ਦੱਸਿਆ ਗਿਆ ਹੁੰਦਾ ਤਾਂ ਮੈਂ ਮੈਰਿਜ ਕਿਉਂ ਕਰਾਉਂਦਾ। ਇਹਨੇ ਆਪਣੇ ਮਾਮੀ ਘਰ ਜਾ ਕੇ, ਇਹਦੇ ਮਾਮੀ ਦੇ ਘਰੇ ਗਈ, ਉੱਥੇ ਜਾ ਕੇ ਬॉयਫ੍ਰੈਂਡ ਨੂੰ ਬੁਲਾਇਆ, ਉੱਥੇ ਜਾ ਕੇ ਉਹਨਾਂ ਦੇ ਘਰੇ ਰਹਿ ਕੇ ਫੋਟੋਆਂ ਖਿੱਚੀਆਂ। ਆਲੋ ਆ ਇਹਦੀ ਮਾਮੀ ਇਹਦੇ ਸਾਹਮਣੇ, ਠੀਕ ਆ, ਆਲੋ। ਤੁਸੀਂ ਕੰਪਲੇਂਟ ਨਹੀਂ ਕੀਤੀ, ਇਹਨਾਂ ਨਾਲ ਗੱਲ ਨਹੀਂ ਕੀਤੀ? ਮੈਂ ਗੱਲ ਕੀਤੀ, ਇਹਨਾਂ ਨੇ ਆਪਣੀ ਸੌਰੀ ਫੀਲ ਕੀਤੀ, ਕਹਿੰਦੇ ਵੀ ਮੇਥੋਂ ਗਲਤੀ ਹੋਈ ਆ, ਵੀ ਮੈਂ ਉਸ ਗਲਤੀ ਦੀ ਮਾਫੀ ਮੰਗਦੀ ਆ। ਮੇਰੇ ਕੋਲ ਉਹਦੀ ਵੀ ਰਿਕਾਰਡਿੰਗ ਹੈਗੀ ਆ ਕਿ ਮੈਂ ਗਲਤੀ ਕੀਤੀ, ਮੈਨੂੰ ਮਾਫ ਕਰ ਦਿਓ, ਵੀ ਜਿਹੜਾ ਮੈਂ ਕਰਤਾਗਾ ਵੀ ਦੁਬਾਰਾ ਜ਼ਿੰਦਗੀ ਦੁਬਾਰਾ ਨਹੀਂ ਕਰਦੀ। ਇੱਕ ਪਾਸੇ ਅਸੀਂ ਵੂਮਨ ਐਮਪਾਵਰਮੈਂਟ ਦੀ ਗੱਲ ਕਰਦੇ ਹਾਂ ਕਿ ਔਰਤਾਂ ਨੇ ਬਹੁਤ ਤਰੱਕੀ ਕਰ ਲਈ, ਬਟ ਹਾਲੇ ਵੀ ਅਸੀਂ ਦੇਖਦੇ ਹਾਂ ਕਿ ਕਈ ਔਰਤਾਂ ਹਾਲੇ ਵੀ ਘਰੇਲੂ ਮਸਲਿਆਂ 'ਚ ਇੰਨੀਆਂ ਉਲਝੀਆਂ ਹੋਈਆਂ ਨਾਲ ਕਿ ਇੰਨਾ ਐਕਸਟ੍ਰੀਮ ਤੇ ਚਲੀ ਜਾਂਦੀਆਂ ਨੇ, ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਕਿ ਹੁਣ ਮੌਤ ਹੀ ਮੇਰਾ ਅੰਤ ਹੈ, ਬਸ ਇਸ ਤੋਂ ਇਲਾਵਾ ਹੁਣ ਮੈਨੂੰ ਜ਼ਿੰਦਗੀ 'ਚ ਕੁਝ ਨਹੀਂ ਚਾਹੀਦਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਜਸਨੂਰ ਤਵਨ। ਇੱਕ ਅਜਿਹੀ ਔਰਤ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜੋ ਚਾਹੁੰਦੀ ਸੀ ਕਿ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਜਾਵੇ, ਪਰ ਰੱਬ ਨੇ ਰੱਖ ਲਿਆ। ਇੱਕ ਬੰਦਾ ਆਇਆ, ਉਸ ਨੂੰ ਬਚਾ ਲਿਆ, ਸੁਸਾਈਡ ਕਰਨ ਤੋਂ ਰੋਕ ਲਿੱਤਾ ਗਿਆ। ਕਈ ਵਾਰ ਹੁੰਦਾ ਕਿ ਘਰੇਲੂ ਮਸਲੇ ਨੇ ਵੱਧ ਜਾਂਦੇ ਨੇ, ਆਪਸੀ ਬਹਿਸ ਇੰਨੀ ਵੱਧ ਜਾਂਦੀ ਕਿ ਕਿਤੇ ਨਾ ਕਿਤੇ ਜੋ ਕੰਟਰੋਲ ਹੁੰਦਾ ਇੱਕ ਔਰਤ ਦਾ ਤੇ ਉਹਦੇ ਹਸਬੈਂਡ ਦਾ, ਉਹ ਕਿਤੇ ਲੂਜ਼ ਹੋ ਜਾਂਦਾ ਹੈ ਤੇ ਗੱਲ ਬਹੁਤ ਵੱਧ ਜਾਂਦੀ ਹੈ। ਪਰ ਅੱਜ ਉਸ ਔਰਤ ਨਾਲ ਤੁਹਾਡੀ ਗੱਲ ਕਰਾਉਂਦੇ ਹਾਂ, ਤੁਹਾਨੂੰ ਦੱਸਦੇ ਹਾਂ ਕਿ ਉਹਨਾਂ ਨੂੰ ਕੀ ਸਮੱਸਿਆ ਆਈ। ਸਤਿ ਸ਼੍ਰੀ ਅਕਾਲ ਮੈਮ, ਕੀ ਨਾਮ ਹੈ ਤੁਹਾਡਾ? ਰਜਨੀ ਮੈਮ। ਅੱਜ ਸਵੇਰ ਦੀ ਘਟਨਾ ਹੈ ਜਦ ਤੁਸੀਂ ਬਹੁਤ ਖੌਫਨਾਕ ਕਦਮ ਚੱਕਣ ਜਾ ਰਹੇ ਸੀਗੇ, ਕੀ ਹੋਇਆ ਇਦਾਂ ਦਾ ਕਿ ਤੁਹਾਨੂੰ ਇੰਨਾ ਐਕਸਟ੍ਰੀਮ ਕਦਮ ਚੁੱਕਣਾ ਪਿਆ? ਮੇਰਾ ਘਰ ਆ ਮੈਨੂੰ ਟੌਰਚਰ ਕਰਦਾ, ਬਹੁਤ ਵਾਰ ਕਰ ਚੁੱਕਾ, 1.5 ਸਾਲ 'ਚ ਬਹੁਤ ਵਾਰ ਟੌਰਚਰ ਕੀਤਾ, ਬਹੁਤ ਬੁਰੀ ਤਰ੍ਹਾਂ ਮਾਰਿਆ, ਮੇਰੇ ਦੰਦ ਤੱਕ ਤੋੜਤੇ, ਬਹੁਤ ਕਦੀ ਹੱਡੀਆਂ ਤੋੜ ਦਿੰਦਾ ਕੁਛ। ਇਹਨੇ ਮੇਰੀ MRI ਕਰਾਈ ਬਕਾਇਦਾ, ਖੁਦ ਮਾਰਨ ਤੋਂ ਬਾਅਦ 10,000 ਰੁਪਇਆ ਲਗਾਇਆ ਇਹਨੇ ਮਾਰਨ ਤੋਂ ਬਾਅਦ ਕਿ ਸ਼ਾਇਦ ਡਰ ਦੀ ਵਜ੍ਹਾ ਨਾਲ ਕਿ ਕਿਤੇ ਹੁਣ ਮਸਲਾ ਜ਼ਿਆਦਾ ਨਾ ਵੱਧ ਜਾਵੇ। ਇੱਥੇ ਵੀ ਮੈਂ ਕਿਰਾਏ 'ਤੇ ਮੈਨੂੰ ਲੈ ਆਇਆ, ਮੈਂ ਛੱਡ ਕੇ ਚਲੀ ਗਈ ਸੀ, ਲੇਕਿਨ ਮੈਂ ਆਪਸ ਚਲੋ ਹਰ ਕੋਈ ਔਰਤ ਚਾਹੁੰਦੀ ਹੈ ਕਿ ਮੇਰਾ ਘਰ ਬਸੇ। ਇੱਕ ਗਲਤ ਨੂੰ ਮੈਂ ਸਹੀ ਕਰਨ ਦਾ ਦਮ ਰੱਖਦੀ ਸੀ, ਮੈਂ ਸੁਧਾਰਨ ਦੀ ਕੋਸ਼ਿਸ਼ ਕੀਤੀ, ਮੈਂ ਵਾਪਸ ਆਈ, ਲੇਕਿਨ ਇੱਥੇ ਵੀ ਇਹਨਾਂ ਦੇ ਹਾਲਾਤ ਨਹੀਂ ਸੁਧਰੇ। ਮੈਂ ਗਰੀਬੀ 'ਚ ਵੀ ਕੱਟ ਰਹੀ ਹਾਂ ਇੱਥੇ, ਲੇਕਿਨ ਮੈਂ ਕਦੀ ਕੋਈ ਚੀਜ਼ ਦੀ ਡਿਮਾਂਡ ਨਹੀਂ ਕੀਤੀ। ਆਪਣੇ ਪੱਲਿਓਂ ਪੈਸੇ ਲਾ ਕੇ ਮੈਂ ਹਰ ਚੀਜ਼ ਘਰ ਲਿਆਉਣ ਦੀ ਕੋਸ਼ਿਸ਼ ਕਰਦੀ ਹਾਂ ਵੀ ਸ਼ਾਇਦ ਮੇਰਾ ਘਰ ਬਸ ਸਕੇ, ਲੇਕਿਨ ਇੱਥੇ ਵੀ ਇਹਨਾਂ ਨੇ ਮੈਨੂੰ ਮਾਰ ਕੇ ਮੇਰਾ ਸਮਾਨ ਸਾਰੀ ਗਲੀ ਦੇ ਸਾਹਮਣੇ ਮਾਰਿਆ, ਬਕਾਇਦਾ ਕੈਮਰਾ ਵੀ ਬੋਲਦਾ ਹੈ ਕਿ ਇਹਨਾਂ ਨੇ ਮੈਨੂੰ ਬਹੁਤ ਕੁੱਟਿਆ, ਉਹਨਾਂ ਨੂੰ ਵੀ ਧਮਕੀਆਂ ਦਿੱਤੀਆਂ, ਗਲੀ ਵਾਲਿਆਂ ਨੂੰ ਵੀ, ਲੇਕਿਨ ਇਹ ਮੈਨੂੰ ਮਾਰ ਮੁਰ ਕੇ ਨੱਠ ਗਿਆ ਇੱਥੋਂ ਦੀ। ਮੈਂ ਜਦੋਂ ਦਰਖਾਸਤ ਦੇਣ ਦੀ ਕੋਸ਼ਿਸ਼ ਕਰਦੀ ਹਾਂ, ਪੁਲਿਸ ਤੋਂ ਮੇਰੀ ਸੁਣਵਾਈ ਨਹੀਂ ਹੁੰਦੀ, ਕਿਉਂਕਿ ਸ਼ਾਇਦ ਮੈਨੂੰ ਨਹੀਂ ਪਤਾ ਪੈਸਾ ਬੋਲਦਾ ਵਾਂ ਕੀ ਕਹਿੰਦਾ ਮੈਂ, ਲੇਕਿਨ ਇੱਕ ਔਰਤ ਦੀ ਕੋਈ ਸੁਣਵਾਈ ਨਹੀਂ ਹੈ। ਅੱਕ ਕੇ ਮੈਂ ਇਹ ਕਦਮ ਚੱਕਣ ਦੀ ਕੋਸ਼ਿਸ਼ ਕੀਤੀ ਕਿ ਸ਼ਾਇਦ ਯਾਰ ਕੁਛ ਨਹੀਂ ਹੈ ਜ਼ਿੰਦਗੀ 'ਚ, ਕੁਛ ਨਹੀਂ ਹੈ ਵੀ ਔਰਤ ਧੱਕੇ ਹੀ ਖਾ ਸਕਦੀ ਹੈ, ਹੋਰ ਉਹਨੂੰ ਇਨਸਾਫ ਨਹੀਂ ਮਿਲ ਰਿਹਾ ਇੱਥੇ। ਔਰ ਮੈਨੂੰ ਬਚਾਇਆ ਗਿਆ, ਬਚਾ ਕੇ ਇੱਥੇ ਰਹਿੰਦਾ। ਮੈਡਮ ਨੇ ਵੂਮੈਨ ਸੈੱਲ ਤੋਂ ਆਏ ਨੇ, ਬਹੁਤ ਅੱਛੀ ਤਰੀਕੇ ਨਾਲ ਇਹਨਾਂ ਨੇ ਮੈਨੂੰ
ਸੰਭਾਲਿਆ ਸਮਝਾਇਆ, ਕਿਉਂਕਿ ਮੈਂ ਕੋਈ ਅਨਪੜ੍ਹ ਗਵਾਰ ਔਰਤ ਨਹੀਂ ਆ, ਮੈਂ ਹਰ ਚੀਜ਼ ਨੂੰ ਸਮਝਦੀ ਹਾਂ। ਇਹਨਾਂ ਨੇ ਮੈਨੂੰ ਬਾਬਾ ਮੈਡਮ ਨੇ ਸਮਝਾਇਆ, ਇਨਸਾਫ ਦਿਲਾਉਣ ਦੀ ਪੂਰੀ ਮੈਨੂੰ ਇਹਨਾਂ ਨੇ ਤਸੱਲੀ ਦਿੱਤੀ ਹੈ ਕਿ ਇਨਸਾਫ ਮਿਲੂਗਾ। ਮੈਨੂੰ ਇਨਸਾਫ ਚਾਹੀਦਾ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਜੋ ਇੱਕ 1.5 ਸਾਲ ਰੱਖ ਕੇ ਬੰਦਾ ਇੱਜ਼ਤ ਲੁੱਟ ਕੇ ਕਹਿ ਦਿੰਦਾ ਹੈ ਤੂੰ ਆਪਣੇ ਘਰ ਰਾਜੀ ਮੈਂ ਆਪਣੇ ਘਰ ਰਾਜੀ, ਇਹ ਕਿੱਥੇ ਦਾ ਇਨਸਾਫ ਆ? ਕਿ ਮਤਲਬ ਔਰਤ ਬਸ ਆਪਣਾ ਟਿੰਡ ਫੁੜੀ ਚੱਕੇ, 2 ਭਾਂਡੇ ਮੇਰੇ ਜਿਹੜੇ ਸੀਗੇ ਉਹ ਮੈਂ ਚੱਕਾਂ ਦੇ ਘਰ ਚਲ ਜਾਂ, ਤੇ ਮੇਰਾ ਜਿਹੜਾ 1.5 ਸਾਲ ਖਰਾਬ ਹੋਇਆ ਉਹਦਾ ਜ਼ਿੰਮੇਵਾਰ ਕੌਣ ਹੈਗਾ ਵਾ? ਕੌਣ ਹੈ ਉਸਦਾ ਜ਼ਿੰਮੇਵਾਰ? ਕਿ ਮਤਲਬ ਔਰਤ ਨੂੰ ਇੱਕ ਯੂਜ਼ ਕਰਕੇ ਸੁੱਟ ਦਿੱਤਾ ਜਾਵੇ ਉਹਨੂੰ ਕਿ ਜਾ ਹੁਣ ਤੂੰ ਉੱਤੋਂ ਹੀ ਇਲਜ਼ਾਮ ਲਾਉਂਦੇ ਝੂਠੇ ਮੇਰੇ ਤੇ। ਮੈਨੂੰ ਇਹਨਾਂ ਨੇ ਆਪਣੇ ਨਾਮ ਦਾ ਸਿਮ ਲੈ ਕੇ ਦਿੱਤਾ, ਉਹਦੇ ਤੋਂ ਵੈਰੀਫਿਕੇਸ਼ਨ ਕਰੋ, ਮੇਰੀ ਡਿਟੇਲ ਕਢਾਓ ਕਿ ਮੈਂ ਉਹਦੇ ਤੋਂ ਕਿਹਦੇ ਨਾਲ ਗੱਲਾਂ ਕੀਤੀਆਂ ਵਾ। OLX ਤੇ ਮੈਨੂੰ ਜਿਹੜੇ ਫੋਨ ਕੀਤੇ ਆ ਉਹ ਵਗੈਰਾ OLX ਵਾਲੇ ਹੀ ਬੋਲਣਗੇ ਕਿ ਹਾਂਜੀ ਮੈਡਮ ਦਾ ਰੂਮ ਦੇ ਖਾਤਰ ਫੋਨ ਆਇਆ ਸੀਗਾ, ਕਿਉਂਕਿ ਇਹ ਮੈਨੂੰ ਮਕਾਨ ਮਾਲਕ ਕਹਿੰਦੇ ਸੀ ਤੁਸੀਂ ਇੱਥੋਂ ਨਿਕਲੋ, ਅਸੀਂ ਨਹੀਂ ਰੱਖਣਾ, ਤੁਹਾਡੇ ਬਹੁਤ ਝਮੇਲੇ ਨੇ, ਅਸੀਂ ਨਹੀਂ ਰੱਖ ਸਕਦੇ ਇੱਥੇ। ਮੈਂ ਹਾਂ ਇਹੀ ਗੱਲ ਹੈ, ਮੈਂ ਇਨਸਾਫ ਲੈਣ ਆਈ, ਮੈਨੂੰ ਲੱਗਿਆ ਕਿ ਸ਼ਾਇਦ ਇੱਥੇ ਵੀ ਨਹੀਂ ਮੈਨੂੰ ਇਨਸਾਫ ਮਿਲ ਰਿਹਾ, ਕਿਉਂਕਿ ਇਹ ਪੈਸਾ ਬੋਲਦਾ ਹੈ, ਇਹਦਾ ਪੈਸਾ ਚੱਲਦਾ ਹੈ। ਮੈਂ ਡਾਬਾ ਥਾਣਾ ਵੀ ਲਿਖਾਇਆ ਸੀ, ਪ੍ਰੂਫ ਵੀ ਦਿੱਤੇ ਸੀ, ਉਹ ਪ੍ਰੂਫ ਦੇ ਬਾਵਜੂਦ ਇਹਨੇ ਮੈਨੂੰ ਘਰ ਜਾ ਕੇ ਕਿਹਾ ਕਿ 3000 ਰੁਪਏ ਮੈਂ ਖੁਦ ਉੱਥੇ ਦੇ ਕੇ ਆਇਆ ਵਾਂ। ਔਰ ਉਹਨਾਂ ਨੇ ਉਹ ਇਹਦੀ ਪੈਰਵਾਈ ਕਰਦੇ ਸੀ। ਉੱਥੇ ਮੈਡਮਾਂ ਦੀ ਮੈਂ ਮੂਵੀ ਬਣਾਈ, ਉਹਨਾਂ ਨੇ ਮੈਨੂੰ ਕਿਹਾ ਹੈ ਨਹੀਂ ਇੱਥੇ ਇਨਸਾਫ ਮਿਲਣਾ, ਚੱਲ ਕਿਤੇ ਹੋਰ ਜਾ ਕੇ ਲੈ, ਨਹੀਂ ਦਿੰਦੇ ਸੀ ਤੇਰੇ ਕੱਪੜੇ। ਦੱਸੋ ਮੈਂ ਇੱਕ ਔਰਤ ਆਪਣੇ ਕੱਪੜੇ ਲੈਣ ਵਾਸਤੇ, ਮੇਰੇ ਜਿਹੜੇ ਆਪਦੇ ਕੱਪੜੇ ਨੇ, ਕੀ ਮੈਂ ਲੈਣ ਦੀ ਹੱਕਦਾਰ ਨਹੀਂ ਹੈਗੀ? ਉਹਦੇ 'ਚ ਵੀ ਮੈਨੂੰ ਇਹਨੇ ਇਹ ਗੱਲ ਕਹਿਤੀ ਡਾਬਾ ਥਾਣੇ ਵਾਲੇ ਨੇ ਕਿ ਤੈਨੂੰ ਇੱਥੇ ਨਹੀਂ ਮਿਲਣਾ ਮੁਲਣਾ ਕੁਛ, ਜਾ ਕੇ ਆਪਣੀ ਕੰਪਲੇਂਟ ਉੱਥੇ ਲੈ ਕੇ ਜਾ ਵੂਮੈਨ ਸੈੱਲ ਦੇ ਵਿੱਚ। ਮੈਂ ਬਹੁਤ ਦਿਨ ਧੱਕੇ ਖਾਦੇ, ਉਹਨਾਂ ਨੇ ਮੈਨੂੰ ਡਾਂਟ ਡੂੰਡ ਕੇ ਭਜਾਤਾ। ਫਿਰ ਮੈਨੂੰ ਮੈਂ ਕੋਈ ਅਨਪੜ੍ਹ ਤਾਂ ਹੈ ਨਹੀਂ, ਮੈਂ ਮੂਵੀ ਬਣਾਈ, ਮੈਂ ਕਿਹਾ ਦੱਸੋ ਜੇ ਮੈਨੂੰ ਇਨਸਾਫ ਨਹੀਂ ਮਿਲਦਾ ਤੁਸੀਂ ਇਸ ਫੋਨ ਦੇ ਵਿੱਚ ਬੋਲੋ। ਫਿਰ ਮੈਡਮਾਂ ਡਰ ਗਈਆਂ ਉੱਥੇ ਸਾਰੀਆਂ, ਉਹ ਕਹਿੰਦੀ ਲੈ ਤੈਨੂੰ ਤਾਂ ਸਾਰੇ ਕਾਨੂੰਨ ਆਉਂਦੇ ਆ। ਮੈਂ ਕਿਹਾ ਹਾਂਜੀ ਮੈਂ ਵੀ ਦੁਨੀਆ ਦੇਖੀ ਆ, ਮੈਂ ਹਰ ਵਾਰੀ ਮੇਰੇ ਨਾਲ ਜੋ ਕੁਛ ਹੋਇਆ ਮੈਂ ਥਾਣਿਆਂ 'ਚ ਵੀ ਰਿਪੋਰਟਾਂ ਲਿਖਾਈਆਂ, ਮੈਨੂੰ ਸਭ ਸਮਝ ਆਉਂਦੀ ਹੈ ਵੀ ਇਹ ਤੁਹਾਨੂੰ 3000 ਖਿਲਾ ਕੇ ਗਿਆ ਇੱਥੇ ਹੈ ਸਾਰੇ। ਮੇਰੀ ਕਿਸੇ ਨੇ ਕੋਈ ਗੱਲ ਨਹੀਂ ਸੁਣੀ, ਅੱਗੋਂ ਮੈਨੂੰ ਨਾ ਧਮਕੀਆਂ ਮਾਰਨ ਲੱਗ ਗਏ, ਜਾ ਕੇ ਜੋ ਕਰਨਾ ਕਰ ਲਾ ਫਿਰ, ਹੈ ਨਾ। ਮੈਂ ਉਹ ਸਾਰੀਆਂ ਡਿਲੀਟ ਕਰਤੀਆਂ ਇਹਨੇ, ਕਿਉਂਕਿ ਫੋਨ ਇਹਨਾਂ ਕੋਲ ਰਹਿੰਦਾ, ਫਿਰ ਇਹਨਾਂ ਨੇ ਡਿਲੀਟ ਕਰਤੀਆਂ ਸਾਰੀਆਂ। ਉਹ ਡਰ ਗਏ। ਫਿਰ ਮੈਂ ਗਈ ਅਗਲੇ ਡੱਬਾ ਥਾਣਾ SHO ਸਾਹਿਬ ਕੋਲ, ਉਹਨਾਂ ਨੇ ਮੇਰੀ ਸ਼ਾਂਤੀ ਨਾਲ ਸਾਰੀ ਗੱਲ ਸੁਣੀ। ਮੈਂ ਉਹਨਾਂ ਨੂੰ ਇਹਨਾਂ ਦਾ ਸਾਰਾ ਡਿਟੇਲ ਦੱਸੀ ਵੀ ਜੋ ਇਹ ਗਲਤ ਕੰਮ ਕਰਦੇ ਨੇ, ਮੂਵੀਆਂ ਦਿਖਾਈਆਂ ਬਕਾਇਦਾ, ਔਰ ਨੰਬਰ ਵੀ ਦੇਣ ਦੀ ਕੋਸ਼ਿਸ਼ ਕੀਤੀ। ਉਹ ਕਹਿੰਦੇ ਬੇਟਾ ਪਤਾ ਕੀ ਆ, ਤੈਨੂੰ ਤੇਰਾ ਸਮਾਨ ਚਾਹੀਦਾ ਨਾ, ਤੈਨੂੰ ਤੇਰਾ ਸਮਾਨ ਦੇ ਕੇ ਤੋੜ ਦਿੰਦੇ ਆ, ਤੂੰ ਉਹ ਗੱਲਾਂ ਛੱਡ ਦੇ, ਅਸੀਂ ਇਹ ਬਾਕੀ ਡਿਟੇਲ ਲਿਖ ਲਈ ਹੈ, ਇਹਦੇ ਗੱਡੀ ਨੰਬਰ ਲਿਖ ਲਿਆ, ਬਸ ਟਰੇਸ ਕਰ ਲਾਂਗੇ। ਪਰ ਕੁਝ ਵੀ ਨਹੀਂ ਹੋਇਆ, ਮੈਨੂੰ ਤਾਂ ਨਹੀਂ ਸਮਝਦੀ। ਫਿਰ ਇਹਨਾਂ ਨੇ ਨੰਬਰ ਬਦਲਦੇ ਰਹਿੰਦੇ ਆਪਣੇ, ਤਾਂ ਟਰੇਸ ਕੀ ਕਰਨਗੇ? ਸ਼ਾਇਦ ਇਹ ਨੰਬਰ ਬਦਲ ਲੈਂਦੇ ਆਪਣੇ, ਉਹ ਨੰਬਰ ਹੀ ਨਹੀਂ ਰੱਖਦੇ ਇਹ। ਤੁਹਾਡੇ ਵਿਆਹ ਨੂੰ ਕਿੰਨੇ ਸਾਲ ਹੋ ਗਏ? ਮੇਰਾ ਮੈਮ ਹੋਇਆ ਸੀਗਾ ਫਰਵਰੀ ਦੇ ਵਿੱਚ ਹੋਇਆ ਸੀ, 9 ਫਰਵਰੀ ਨੂੰ ਪਿਛਲੇ ਸਾਲ। ਹਾਂਜੀ ਪ੍ਰੀ ਮੈਰਿਜ ਹੈ? ਹਾਂਜੀ ਮੇਰਾ ਇੱਕ ਬੇਟਾ, ਉਹ ਇੱਧਰ ਆਂਦਾ ਨਹੀਂ, ਕਰੋਨਾ 'ਚ 1-2 ਦਿਨ ਰਹਿ ਕੇ ਗਿਆ, ਪਰ ਇਹਨਾਂ ਨੇ ਉਹਦੇ ਸਾਹਮਣੇ ਜਾਣ ਕੇ ਲੜਾਈ ਕਰਤੀ ਵੀ ਸ਼ਾਇਦ ਇਹਨਾਂ ਨੂੰ ਲੱਗਿਆ ਵੀ ਇੱਥੇ ਰਹਿਣ ਆਇਆ, ਕਹਿੰਦੇ ਕਿ ਹਰਾਮਦੇ ਨੂੰ ਕਹਿ ਇੱਥੇ ਨਾ ਆਇਆ ਕਰੇ। ਉਹਨੂੰ ਪਤਾ ਲੱਗ ਗਿਆ, ਉਹ ਚਲਾ ਗਿਆ, ਮੁੜ ਕੇ ਨਹੀਂ ਕਦੀ ਆਇਆ। ਬੇਸ਼ੱਕ ਤੁਸੀਂ ਮਹੱਲੇ ਤੋਂ ਇਨਕੁਆਇਰੀ ਕਰ ਸਕਦੇ ਕਿ ਇਹਦਾ ਬੇਟਾ ਆਂਦਾ, ਇਹਨੂੰ ਫੋਨ ਕਰ ਤੰਗ ਕਰ ਦਿੰਦਾ ਉਹਨੂੰ। ਜਦੋਂ ਲੜਾਈ ਤੇਰੀ ਮੇਰੀ ਹੈ, ਜਦੋਂ ਕਹਿੰਦਾ ਕਿ ਪਾਪਾ ਤੁਸੀਂ ਵਿਆਹ ਕਰਾਇਆ, ਤੁਸੀਂ ਦੇਖੋ ਮੈਨੂੰ ਕਿਉਂ ਫੋਨ ਕਰਦੇ ਹੋ, ਇਹ ਬਹੁਤ ਪਰੇਸ਼ਾਨ ਕਰਦਾ ਉਹਨੂੰ, ਫੋਨ ਕਰਕੇ ਬੱਚੇ ਨੂੰ ਤੰਗ ਕਰਦਾ। ਉਹ ਪ੍ਰੈਸ਼ਰਾਈਜ਼ ਹੋ ਜਾਂਦਾ, ਇਹਨਾਂ ਦਿਮਾਗ ਤੇ ਬੋਝ ਪਾ ਦਿੰਦਾ, ਉਹਨੂੰ ਕੁਝ ਨਹੀਂ ਸੋਚਦਾ ਹੈਗਾ। ਫਿਰ ਉਹ ਮੈਨੂੰ ਬੋਲਦਾ ਹੈ ਕਿ ਆਪਣੇ ਘਰ ਵਾਲੇ ਨੂੰ ਸਮਝਾ ਕੇ ਰੱਖੋ, ਆਪਸ 'ਚ ਨਿਬੜੋ, ਤੁਸੀਂ ਮੈਨੂੰ ਨਾ ਫੋਨ ਕਰੋ। ਕੀ ਉਮਰ ਹੈ ਤੁਹਾਡੇ ਬੇਟੇ ਦੀ? ਮੇਰੇ ਬੇਟਾ 17ਵੇਂ ਸਾਲ 'ਚ ਹੈਗਾ, 11ਵੀਂ 'ਚ ਪੜ੍ਹਦਾ ਹੈਗਾ ਵਾ, ਤੇ ਏਅਰਟੈਲ ਕੰਪਨੀ ਹੁਣ ਥੋੜ੍ਹੇ ਦਿਨ ਤੋਂ ਉਹਨੇ ਜੁਆਇਨ ਕੀਤੀ ਆ। ਤੁਸੀਂ ਛੱਡ ਕੇ ਚਲੇ ਗਏ ਸੀ ਜਦੋਂ ਇਹੋ ਜਿਹੀਆਂ ਹਰਕਤਾਂ ਘੱਟ ਸ਼ੁਰੂ ਹੋ ਗਈਆਂ? ਹਾਂਜੀ ਮੈਂ 3-4 ਵਾਰੀ ਗਈ, ਬਹੁਤ ਮਾਰਦਾ ਸੀ, ਮਹੱਲੇ ਵਾਲਿਆਂ ਦੇ ਸਾਹਮਣੇ ਮਾਰਦਾ ਸੀਗਾ ਗਲੀ 'ਚ। ਔਰ ਪੁੱਛ ਲਓ, ਬੇਸ਼ੱਕ ਕਮਿਸ਼ਨਰ ਸਾਹਿਬ ਘਰ ਜਾ ਕੇ ਪੁੱਛਣ ਕਿ ਇਹ ਕਿੰਨਾ ਮਾਰਦਾ ਸੀ। ਇਹਨਾਂ ਨੇ, ਮੈਂ ਜਾਣ ਬਚਾ ਕੇ ਪਹਿਲਾਂ ਵੀ ਭੱਜੀ ਇਹਨਾਂ ਦੇ ਘਰੋਂ। ਫਿਰ ਇਹਦੀਆਂ ਮੈਨੂੰ ਲੱਗਿਆ ਕਿ ਜਦੋਂ ਇਹਦੇ ਫੋਨ ਆਉਣੇ ਸ਼ੁਰੂ ਹੋਏ ਕਿ ਮੈਂ ਸੁਧਰ ਗਿਆ ਵਾਂ, ਮੈਂ ਦੇਖ ਲਿਆ ਵਾ ਕਿਸੇ ਨੇ ਮੈਨੂੰ ਸਾਥ ਨਹੀਂ ਦਿੱਤਾ, ਤੂੰ ਵਾਪਸ ਆ ਜਾ। ਮੈਂ ਵੀ ਇਹਦੀਆਂ ਗੱਲਾਂ 'ਚ ਜਿੱਦਾਂ ਮੈਂ ਬਹੁਤ ਇਮੋਸ਼ਨਲ ਹੋ ਜਾਂਦੀ ਹਾਂ ਜਲਦੀ, ਜਦੋਂ ਮੈਂ ਭਾਵੁਕ ਹੋ ਜਾਂਦੀ, ਜਦੋਂ ਮੈਨੂੰ ਕੋਈ ਇੱਦਾਂ ਬੋਲਣ ਲੱਗਦਾ ਮੈਂ ਹਰ ਔਰਤ ਹਾਂਜੀ ਮੈਂ ਵਾਪਸ ਆ ਜਾਂਦੀ ਹਾਂ ਕਿ ਚਲੋ ਮੇਰਾ ਘਰ ਬਸ ਜਾਵੇ। ਕਿਹੜੀ ਔਰਤ ਚਾਹੁੰਦੀ ਮੇਰਾ ਘਰ ਨਾ ਬਸੇ? ਹਰ ਔਰਤ ਚਾਹੁੰਦੀ ਮੇਰਾ ਘਰ ਬਸੇ। ਫਿਰ ਗੰਦੇ ਇਲਜ਼ਾਮ ਲਾਉਂਦਾ। ਜੋ ਮੇਰੀ ਪਿਛਲੀ ਲਾਈਫ ਸੀ ਉਹ ਮੈਨੂੰ ਦੱਸਣ ਤੋਂ ਬਾਵਜੂਦ ਵਿਆਹ ਕਰਾਇਆ। ਮੈਂ ਕੋਈ ਝੂਠੇ ਦਮ ਤੇ ਨਹੀਂ ਕਰਾਇਆ। ਮੇਰਾ ਪੂਰਾ ਮੱਲਾ ਜਾਣਦਾ ਕਿ ਇਹਨੇ ਆਪਣੀ ਪੂਰੀ ਅਸਲੀਅਤ ਦੱਸ ਕੇ ਵਿਆਹ ਕਰਾਇਆ ਵਾ। 3 ਬੱਚਿਆਂ ਨਾਲ ਮੈਂ ਕੋਆਪਰੇਟ ਕੀਤਾ, ਬੱਚਿਆਂ ਨੂੰ ਸੰਭਾਲਿਆ, ਇਹਦੀ ਬੇਟੀ ਨੂੰ ਪੁੱਛੋ ਹਰ ਚੀਜ਼, ਬੇਟੀ ਨੂੰ ਅੱਛੀ ਲਾਈਫ ਦਿੱਤੀ, ਪਾਠ ਪੂਜਾ ਕਰਨੀ ਸਿਖਾਈ। ਮੇਰੇ 'ਚ ਕੀ ਗੰਦਗੀ ਸੀਗੀ, ਕੀ ਗੰਦਗੀ ਹੈ ਜਿਹੜਾ ਇਹਨਾਂ ਨੇ ਮੈਨੂੰ ਘਰੋਂ ਕੱਢਦਾ। ਜੇ ਮੈਂ ਲਾਲਚੀ ਹੋਵਾਂ ਕਿਸੇ ਚੀਜ਼ ਦੀ ਤਾਂ ਦੀਦੀ ਮੈਂ ਡੱਟ ਕੇ ਉਸ ਘਰ 'ਚ ਰਹਿ ਸਕਦੀ ਜਿੱਥੇ ਮੈਨੂੰ ਵਿਆਹ ਕੇ ਲੈ ਕੇ ਗਿਆ ਵਾ। ਇਹਨੇ ਮੈਨੂੰ ਆਹ ਲਾਈਫ ਦਿੱਤੀ ਹੈ, ਮੈਂ ਤਾਂ ਵੀ ਖੁਸ਼ ਹਾਂ ਵੀ ਚਲੋ ਕੋਈ ਗੱਲ ਨਹੀਂ ਹੈ। ਕੀ ਹੈ 47 ਸਾਲ ਦੀ ਉਮਰ ਹੈ, 50 ਸਾਲ 'ਚ ਹੋਰ ਮੈਂ ਬੁੜੀ ਹੋ ਜਾਣਾ ਵਾ। ਮੈਂ ਕੀ ਕਰਨੇ, ਘਰ-ਬਾਰ ਤਾਂ ਕੋਈ ਲੈ ਕੇ ਚੱਕ ਕੇ ਆਪਣੇ ਲੈ ਨਹੀਂ ਜਾਂਦਾ ਬਸ। ਪਰ ਇੱਥੇ ਵੀ ਇਹ ਸੁਧਰਨ ਦੇ ਹਾਲਾਤ ਨਹੀਂ ਹੈ, ਮੈਨੂੰ ਇਨਸਾਫ ਦਿਲਾਇਆ ਜਾਵੇ ਬਸ। ਤੁਸੀਂ ਕੰਮ ਕਰਦੇ ਹੋ ਆਪਣਾ?
ਮੈਂ ਕਰ ਸਕਦੀ ਹਾਂ, ਮੈਨੂੰ ਹਰ ਚੀਜ਼ ਦੀ ਨੌਲੇਜ ਹੈ। ਮੈਂ ਸੇਲਮੈਨ ਨਹੀਂ ਕੀਤੀ ਹੈ, ਹਿਟੈਚੀ ਕੰਪਨੀ 'ਚ ਕੀਤੀ ਆ, ਜੁਐਲਰੀ ਸ਼ੋਰੂਮ ਫਾਊਂਟੇਨ ਚੌਂਕ, ਐਡੇ ਵੱਡੇ ਵੱਡੇ ਸ਼ੋਰੂਮ ਵਾਲੇ ਮੈਨੂੰ ਜਾਣਦੇ ਆ। ਮੈਂ ਅੱਜ ਵੀ ਜਾਵਾਂ ਮੈਂ ਜੋਬ ਕਰ ਸਕਦੀ ਹਾਂ। ਲక్ష్ਮੀ ਜੂਲਰ ਵਾਲੇ ਨੇ, ਸਭ ਨੇ ਮੈਨੂੰ ਸਭ ਜਾਣਦੇ ਨੇ ਉੱਥੇ। ਤੁਸੀਂ ਉਹਨਾਂ ਨੂੰ ਪੁੱਛ ਲਓ ਮੈਡਮ ਕਿੰਨੇ ਸਾਲ ਕੰਮ ਕੀਤਾ, ਇਹਦਾ ਕਰੈਕਟਰ ਦੱਸੋ ਸਾਨੂੰ। ਕੋਈ ਕਰੈਕਟਰਲੈਸ ਔਰਤ ਨੂੰ ਕਦੀ ਕੰਮ ਤੇ ਨਹੀਂ ਕੋਈ ਰੱਖ ਸਕਦਾ, ਔਰ ਮੈਂ ਕਾਫੀ ਸਾਲ ਉੱਥੇ ਕੰਮ ਕੀਤਾ। ਤੁਹਾਨੂੰ ਕਿਉਂ ਲੱਗਿਆ ਕਿ ਸਿਰਫ ਮੌਤ ਹੀ, ਜੇ ਮੈਂ ਸੁਸਾਈਡ ਕਰ ਲਾ ਤਾਂ ਹੀ ਮੇਰੇ ਜਿਹੜੇ ਦੁੱਖ ਨੇ ਉਹਨਾਂ ਦਾ ਅੰਤ ਹੋ ਜਾਏਗਾ? ਸਾਰਾ ਦਿਨ ਮੈਡਮ ਮੈਂ ਪਾਠ 'ਚ ਮੇਰਾ ਬੀਤ ਜਾਂਦਾ, ਕੁਝ ਨਜ਼ਰ ਹੀ ਨਹੀਂ ਆ ਰਿਹਾ ਕਿ ਜਦੋਂ ਮੈਂ ਥਾਣੇ ਜਾਂਦੀ ਹਾਂ, ਪੁਲਿਸ ਨੂੰ ਬੁਲਾਉਂਦੀ ਹਾਂ ਇਨਸਾਫ ਵਾਸਤੇ, ਪੀਸੀਆਰ ਵਾਲੇ ਕੀ ਕਰਕੇ ਚਲ ਜਾਂਦੇ ਨੇ, ਉਹ ਪੁੱਛ ਕੇ ਚਲ ਜਾਂਦੇ ਨੇ, ਇਹ ਫੇਰ ਆ ਜਾਂਦਾ, ਫੇਰ ਕੁੱਟਦਾ ਵਾ, ਫਿਰ ਜਦੋਂ ਉਹ ਆਉਂਦੇ ਨੇ ਫਿਰ ਇਹ ਭੱਜ ਜਾਂਦਾ। ਇਹੀ ਚੱਕਰ ਦੇ ਵਿੱਚ ਮਾਲਕ ਮਾਨ ਕਹਿੰਦੇ ਨੇ ਤੂੰ ਆਪਣਾ ਸਮਾਨ ਚੁੱਕ। ਦੱਸੋ ਕੱਲੀ ਲੇਡੀ ਮੈਂ 1 ਮਿੰਟ 'ਚ ਕਿੱਥੋਂ ਆਪਣਾ ਕਮਰਾ ਮੈਨੂੰ ਦਊਗਾ? ਕੋਈ ਕੱਲੀ ਲੇਡੀ ਨੂੰ ਕਮਰਾ ਦਊਗਾ? ਅਗਲੇ ਕਿਉਂਕਿ ਇੰਨਾ ਡਿਸਪਿਊਟ ਹੋ ਰੱਖਿਆ, ਕੁੱਟ ਖਾ ਕੇ ਆ ਰਹੀ ਹੈ, ਕੀ ਪਤਾ ਕੀ ਗੱਲ ਹੋਵੇ, ਅਸੀਂ ਤੁਹਾਨੂੰ ਕਮਰਾ ਕਿੱਥੋਂ ਦਈਏ। ਬਸ ਇਹੀ ਚੱਕਰ ਦੇ ਵਿੱਚ ਮੈਂ ਇੱਥੇ ਵੀ ਮੈਨੂੰ ਲੱਗਿਆ ਮੇਰੀ ਸੁਣਵਾਈ ਨਹੀਂ ਹੋਣੀ, ਕਿਉਂਕਿ ਮੈਂ ਉਹ ਚੀਜ਼ਾਂ ਦੇਖੀਆਂ ਹੋਈਆਂ ਵਾ ਨਾ ਥਾਣਿਆਂ 'ਚ, ਜੋ ਇਹਨੇ ਕੀਤੀਆਂ ਹੋਈਆਂ ਵਾ। ਮੇਰੇ ਸਾਹਮਣੇ ਪੈਸੇ ਦੇਣੇ ਪੁਲਿਸ ਵਾਲਿਆਂ ਨੂੰ, ਸਭ ਕੁਝ ਕਰਨਾ। ਮੈਨੂੰ ਨਹੀਂ ਲੱਗਦਾ ਕਿ ਮੇਰਾ ਇੱਥੇ ਵੀ ਸੀ ਹੱਲ ਹੋਣਾ, ਪਰ ਮੈਡਮ ਆਏ ਜਾਂ ਉੱਥੇ ਲੋਕ ਮੈਨੂੰ ਲੈ ਕੇ ਆਏ ਕਿ ਨਹੀਂ ਤੁਹਾਨੂੰ ਇਨਸਾਫ ਮਿਲੂਗਾ। ਬੱਚਿਆਂ ਬਾਰੇ ਨਹੀਂ ਸੋਚਿਆ ਇੰਨਾ ਖੌਫਨਾਕ ਕਦਮ ਚੁੱਕਣ ਤੋਂ ਪਹਿਲਾਂ? ਬੇਟਾ ਵਾ ਪਲ ਜੂਗਾ, ਬੇਟੇ ਪਲ ਜਾਂਦੇ ਆ। ਉਹਨੇ ਵੀ ਮੇਰਾ ਕੀ ਸਾਥ ਦਿੱਤਾ, ਉਹਨੂੰ ਇੰਨੀ ਸਮਝ ਨਹੀਂ ਹੈਗੀ ਕਿ ਮੇਰੀ ਮਾਂ ਪਰੇਸ਼ਾਨ ਹੁੰਦੀ ਹੈ, ਮੈਨੂੰ ਅੱਕ ਕੇ ਕਦੀ ਫੋਨ ਹੀ ਕਰ ਲੈਂਦੀ ਹੈ। 1.5 ਸਾਲ ਤੋਂ ਉਹਨੇ ਮੈਨੂੰ ਬਲੌਕ ਤੇ ਲਾਇਆ ਹੋਇਆ ਵਾ, ਕਹਿੰਦਾ ਤੁਸੀਂ ਜਦ ਵਿਆਹ ਹੀ ਕਰਾ ਲਿਆ ਫਿਰ ਮੈਨੂੰ ਨਾ ਹੁਣ ਪਰੇਸ਼ਾਨ ਕਰੋ, ਆਪਣਾ ਜੀਓ ਚਾਹੇ ਮੈਂ ਕੀ ਲੈਣਾ। ਬੱਚਾ ਦੀ ਰਜ਼ਾਮੰਦੀ ਨਾਲ ਨਹੀਂ ਵਿਆਹ ਹੋਇਆ ਸੀ? ਨਹੀਂ, ਪਹਿਲਾਂ ਮੈਂ ਪੁੱਛਿਆ ਸੀ ਬੇਟੇ ਨੂੰ ਮੈਂ ਵਿਆਹ ਕਰਾਂ, ਕਹਿੰਦਾ ਕਰਾ ਲਓ ਜਿਹਦੇ ਨਾਲ ਕਰਾਉਣਾ ਕਰਾ ਲਓ। ਮੱਲੇ ਵਾਲੇ ਕਹਿੰਦੇ ਕਿ ਔਰਤ ਦੀ ਲਾਈਫ ਇਕੱਲੇ ਨਹੀਂ ਹੁੰਦੀ। ਮੈਂ ਬਹੁਤ ਸੰਘਰਸ਼ ਕੀਤਾ, ਆਪਣੇ ਪਾਪਾ ਨੂੰ ਮੰਮੀ ਨੂੰ ਮੈਂ ਪਾਲਿਆ, ਮੇਰੇ ਭਰਾ ਨਹੀਂ ਸੀ ਪੁੱਛਦੇ, ਮੈਂ ਪਾਲਿਆ ਉਹਨਾਂ ਨੂੰ। ਉਹਨਾਂ ਦੀ ਐਂਡਲੇ ਟਾਈਮ ਤੱਕ ਮੈਂ ਉਹਨਾਂ ਦੀ ਪੋਟੀਆਂ ਚੱਕੀਆਂ ਆ, ਮੋਢੇ ਤੇ ਰੱਖ ਕੇ ਐਡਾ ਭਾਰੀ ਪਿਓ ਨੂੰ ਮੈਂ ਪੋਟੀਆਂ ਕਰਾਈਆਂ, ਸਭ ਕੁਝ ਕੀਤਾ। ਐਂਡ ਦੇ ਵਿੱਚ ਕੋਈ ਨਾਲ ਹੁੰਦਾ ਹੀ ਨਹੀਂ। ਮੰਮਾ ਮੇਰੇ ਹੈਗੇ ਨੇ, ਉਹਨਾਂ ਦੇ ਨਾਮ ਤੇ ਮਕਾਨ ਹੈ। ਮੈਂ ਉਹਨਾਂ ਨੂੰ ਕਹਿੰਦੀ ਕਿ ਚਲੋ ਤੁਸੀਂ ਮੈਨੂੰ ਇੱਕ 50 ਗਜ਼ ਦੇ ਦਿਓ ਮੰਮੀ, ਮੈਨੂੰ ਆਹ ਜ਼ਿੰਦਗੀ ਨਾ ਦੇਖਣੀ ਪਵੇ। ਉਹ ਵੀ ਪਤਾ ਨਹੀਂ ਕੀ ਆ, ਉਹ ਵੀ ਨਹੀਂ ਸੁਣਦੇ ਹੈਗੇ, ਮਾਪੇ ਵੀ ਨਹੀਂ ਸਾਥ ਦਿੰਦੇ। ਮੋਰ ਪਾਪਾ ਤਾਂ ਹੈ ਨਹੀਂ, ਰਹੇ ਨਹੀਂ ਹੁਣ। ਮੰਮੀ ਆ, ਉਹ ਵਿਚਾਰੇ ਬਜ਼ੁਰਗ ਹੋ ਚੁੱਕੇ ਆ, ਡਰਦੇ ਆ ਕਿ ਜੇ ਮੈਂ ਕੁਝ ਕਰਦੀ ਆ ਵੀ ਉਹ ਹਜੇ ਨਹੀਂ ਕੁਝ ਕਰ ਪਾ ਰਹੇ ਮੇਰੇ ਲਈ ਵੀ। ਜੇ ਉਹਨਾਂ ਨੂੰ ਚਾਹੀਦਾ ਵਾ ਕਿ ਮੇਰੇ ਲਈ ਕੁਝ ਕਰ ਦੇਣ, ਚਲੋ ਵੀ ਦਰ ਕੁੜੀ ਧੱਕੇ ਖਾਈ ਜਾਂਦੀ ਆ ਵੀ ਇੱਕ 50 ਗਜ਼ ਜਗ੍ਹਾ, ਜੇ ਮੈਂ ਇੰਨਾ ਪੈਸਾ ਉਹਨਾਂ 'ਤੇ ਖਰਚ ਕੀਤਾ ਆਪਣੇ ਮਾਂ-ਬਾਪ 'ਤੇ, ਪਰ ਮੈਂ ਕਹਿੰਦੀ ਹਾਂ ਕਿ ਹਰ ਬੇਟੀ ਇੱਕ ਬੇਟਾ ਹੀ ਆ। ਮੈਂ ਉਹਨਾਂ ਨੂੰ ਇਹ ਨਹੀਂ ਕਹਿੰਦੀ ਕਿ ਅੱਜ ਮੈਂ ਸੇਵਾਦਾਰਾਂ ਤੋਂ ਕੁਛ ਮੰਗਾ, ਲੇਕਿਨ ਕੁੜੀ ਦੀ ਇੱਜ਼ਤ ਹੈ ਨਾ। ਕੁੜੀ ਦਰ ਘੁੰਮ ਰਹੀ ਹੈ, ਧੱਕੇ ਖਾ ਰਹੀ ਹੈ, ਰਾਤ ਹੋ ਜਾਏ ਕੋਈ ਮੈਨੂੰ ਡਰ ਨਹੀਂ ਹੈ ਮੇਰੀ ਇੱਜ਼ਤ ਦਾ, ਹੈ ਨਾ ਮੈਨੂੰ ਤਾਂ ਮੈਨੂੰ ਵੀ ਤਾਂ ਘਰ ਚਾਹੀਦਾ ਨਾ। ਮੈਂ ਇੱਕ ਘਰ ਹੀ ਤਾਂ ਮੰਗ ਰਹੀ ਹਾਂ, ਚਾਹੇ ਮੈਨੂੰ ਟੁੱਟੀ ਜਗ੍ਹਾ 'ਤੇ ਹੀ ਲੈ ਦੇਣ, ਇੱਕ ਘਰ ਲੈ ਕੇ ਤਾਂ ਦੇਣ, ਚਾਹੇ ਮੇਰੀ ਮਾਂ ਹੀ ਆ। ਉਹਨੂੰ ਸਮਝ ਨਹੀਂ ਆਉਂਦੀ ਮੇਰੀ ਲਾਈਫ ਦੇਖ ਕੇ। ਭਰਾ ਵੀ ਨਹੀਂ ਸਾਥ ਦਿੰਦੇ? ਭਰਾ ਕੀ ਹੈ, ਭਰਾਵਾਂ ਦੀ ਰਿਕਾਰਡਿੰਗ ਮੈਂ ਇਹਦੇ ਤੋਂ ਸੁਣੀ ਆ। ਉਹ ਕਹਿੰਦੇ ਤੂੰ ਇਹਨੂੰ ਮਾਰ ਦੇ, ਤਾਂ ਅਸੀਂ ਕੋਰਟ 'ਚ ਖੜੇ ਹੋ ਕੇ ਵੀ ਮਤਲਬ ਕਿ ਤੇਰੇ ਹੱਕ 'ਚ ਗਵਾਹੀ ਦੇਵਾਂਗੇ। ਉਹ ਕਿਉਂਕਿ ਉਹਨਾਂ ਨੂੰ ਹਰ ਬੰਦਾ ਇੱਕ ਪੈਸਾ ਹੀ ਸਭ ਕੁਛ ਆ, ਇੱਕ ਪੈਸਾ ਸਭ ਕੁਛ ਆ। ਦੀਦੀ ਕੀ ਆ ਪੈਸਾ, ਨਾਲ ਲੈ ਜਾਂਦਾ ਕੋਈ। ਇੱਕ ਇੱਜ਼ਤ ਨਹੀਂ ਦੇ ਸਕਦੇ ਭੈਣ ਨੂੰ ਵੀ ਚੱਲ ਸਾਡੀ ਭੈਣ ਨੂੰ ਦੁਖੀ ਕਰਦਾ। ਚਾਹੇ ਮੈਂ ਗਲਤ ਆ ਯਾਰ, ਮੈਂ ਗਲਤ ਆ ਲੱਖ, ਮੈਂ ਗਲਤ ਆ। ਮੈਂ ਕਿਸੇ ਨੂੰ ਦੁਖੀ ਕੀਤਾ? ਮੈਂ ਆਪਣਾ ਮਾਂ ਬਾਪ ਪਾਲਿਆ, ਚਾਹੇ ਮੈਂ ਆਪਣਾ ਸਰੀਰ ਵੇਚਿਆ, ਮੈਂ ਖੁਦ ਕਹਿੰਦੀ ਚਾਹੇ ਮੈਂ ਸਰੀਰ ਵੇਚਿਆ, ਚਾਹੇ ਕੁਛ ਵੀ ਕੀਤਾ, ਆਪਣੇ ਮਾਂ ਬਾਪ ਪਾਲੇ ਨਾ। ਮੈਂ ਕੀ ਗਲਤ ਕਰਤਾ ਮੈਂ? ਤੇ ਉਹ ਤੋਂ ਇਲਜ਼ਾਮ ਬਾਜੀਆਂ, ਗੰਦ ਘੋਲਣਾ, ਮੈਂ ਗੰਦ ਸੁਣਾ ਹਰ ਮੈਨੂੰ ਦਿੰਦਾ ਕਿਉਂ? ਮੈਨੂੰ ਕੀ ਦੇਖਿਆ ਮੇਰਾ ਇਹਨੇ, ਕੀ ਦੇਖਿਆ ਮੇਰਾ ਇਹਨੇ? ਨੂੰ ਕਹਿ ਦਿੰਦਾ ਧੰਦੇ ਕਰਦੀ, ਕਹਿੰਦਾ ਹੁਣ ਮੈਨੂੰ ਪਤਾ ਇਹਨੇ ਕੀ ਕਹਿ ਕੇ ਭੇਜਿਆ ਕੱਢਿਆ, ਕਹਿੰਦਾ ਅੱਗੇ ਤੂੰ 2000 ਲੈਂਦੀ ਸੀ, ਹੁਣ ਤੂੰ 5000 ਲੈ ਲਾ ਧੰਦੇ ਕਰਕੇ। ਇਹ ਮੈਂ 5000 ਕਮਾਲੀ ਆ, ਮੈਂ ਨੋਟ ਨਹੀਂ ਕਮਾ ਸਕਦੀ, ਮੇਰੇ ਕੋਲ ਸਭ ਕੁਛ ਆ, ਹੁਨਰ ਆ ਮੇਰੇ ਕੋਲ। ਰੁਚੀ ਬਾਵਾ ਮੈਮ ਵੀ ਸਾਡੇ ਨਾਲ ਮੌਜੂਦ ਨੇ, ਜਿਨ੍ਹਾਂ ਨੇ ਅੱਜ ਡਿਸਪਿਊਟ ਸੀਗਾ, ਤੁਸੀਂ ਅੱਗੇ ਆਏ, ਤੁਸੀਂ ਸਾਥ ਦਿੱਤਾ। ਅਕਸਰ ਮਾਹੌਲ ਇਸ ਤਰ੍ਹਾਂ ਦਾ ਹੈ ਕਿ ਬੰਦਾ ਭਾਵੁਕ ਜ਼ਰੂਰ ਹੋ ਜਾਂਦਾ ਹੈ, ਪਰ ਇੱਕ ਔਰਤ ਲਈ ਇੰਨੀ ਚੀਜ਼ਾਂ ਤੋਂ ਗੁਜ਼ਰਨਾ, ਇੰਨਾ ਕੁਝ ਸਹਿਣਾ, ਮਾਪਿਓ ਲਈ ਖੜਨਾ, ਤੇ ਮਾਪੇ ਵੀ ਨਹੀਂ ਨਾਲ ਖੜਦੇ, ਕਿਉਂਕਿ ਉਮੀਦ ਹੁੰਦੀ ਹੈ ਕਿ ਜਦੋਂ ਅਸੀਂ ਮਾਪਿਆਂ ਲਈ ਖੜੇ ਹਾਂ ਤਾਂ ਮਾਪੇ ਵੀ ਸਾਡੇ, ਕਿਉਂਕਿ ਰੱਬ ਨਹੀਂ ਹੁੰਦਾ ਤਾਂ ਮਾਪੇ ਹੀ ਰੱਬ ਦਾ ਰੂਪ ਹੁੰਦੇ ਨੇ। ਤੇ ਕੀ ਕਹਿਣਾ ਚਾਹੋਗੇ, ਕਿਸ ਤਰ੍ਹਾਂ ਤੁਸੀਂ ਇਹਨਾਂ ਦੀ ਡਿਸਪਿਊਟ ਸੋਲਵ ਕਰਾ ਰਹੇ ਹੋ ਤੇ ਅੱਗੇ ਲੈ ਕੇ ਜਾ ਰਹੇ ਹੋ? ਮੈਨੂੰ ਅੱਜ ਸਵੇਰੇ ਹੀ ਕਾਲ ਆਇਆ ਜਦੋਂ ਇਹ ਸੁਸਾਈਡ ਕਮਿਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਡੁਗਰੀ ਪੁਲ ਦੇ ਉੱਪਰ। ਤੇ ਮੈਨੂੰ ਇੱਕ ਕਾਲ ਆਇਆ ਭਲੇ ਬੰਦੇ ਦਾ ਆਇਆ ਕਿ ਉਹਨਾਂ ਨੇ ਮੈਨੂੰ ਕਿਹਾ ਕਿ ਬਈ ਮੈਡਮ ਐਵੇਂ ਦੀ ਪ੍ਰੋਬਲਮ ਆ ਗਈ ਹੈ। ਉਹ ਇਕੱਲੇ ਸੀ ਤੇ ਉਹਨਾਂ ਨੂੰ ਤੁਸੀਂ ਆ ਕੇ ਜ਼ਰਾ ਇਹਨਾਂ ਨੂੰ ਕਰੋ। ਮੇਰੀ ਜਿਹੜੀ ਪਹਿਲੀ ਕੋਸ਼ਿਸ਼ ਸੀ ਉਹ ਐਸੀ ਕਿ ਹੈਲਪਲਾਈਨ ਦੇ ਉੱਪਰ ਫੋਨ ਕਰਕੇ ਪੁਲਿਸ ਪੀਸੀਆਰ ਤੋਂ ਭੇਜੀ ਜਾਏ ਤਾਂ ਕਿ ਇਹ ਜਿਹੜੇ, ਕਿਉਂਕਿ ਉਹ ਵੀ ਇਕੱਲੇ ਸੀ, ਕੋਈ ਲੇਡੀ ਨਾਲ ਨਹੀਂ ਸੀ। ਤੇ ਇਹ ਵੀ ਬਾਰ-ਬਾਰ ਕੋਸ਼ਿਸ਼ ਬਹੁਤ ਐਗਰੈਸਿਵ ਹੋਈ ਸੀ ਬਿਕੋਜ਼ ਦੁਖੀ ਸੀ। ਤੇ ਓਬਵੀਅਸਲੀ ਤੇ ਆਪਣੀ ਕੋਸ਼ਿਸ਼ ਇਹੀ ਕਰ ਰਹੀ ਸੀ ਕਿ ਮੈਂ ਆਪਣੀ
ਜਿਹੜੀ ਮੇਰੀ ਪ੍ਰੋਬਲਮਸ ਹੈ ਉਹ 1 ਮਿੰਟ ਵਿੱਚ ਖਤਮ ਹੋ ਜਾਏ, ਬਟ ਉਹ ਖਤਮ ਹੋਣ ਵਾਲੀਆਂ ਨਹੀਂ ਹੈਗੀਆਂ। ਇਹਦੇ ਤੋਂ ਪੁੱਛਿਆ ਆ ਕੇ ਫਿਰ ਮੈਂ ਉਸ ਟਾਈਮ ਸਪੌਟ ਤੇ ਆਏ, ਅਸੀਂ ਉਨੀ ਦੇਰ ਤੱਕ ਪੁਲਿਸ ਆ ਗਈ ਹੋਈ ਸੀ, PCR ਆ ਗਏ ਸੀ, ਇਹਨਾਂ ਨੂੰ ਲੈ ਆਏ ਸੀ ਥਾਣੇ ਤੇ ਡੁਗਰੀ ਥਾਣੇ ਤੇ ਲੈ ਕੇ ਆਏ ਹੋਏ ਸੀ। ਫਿਰ ਮੈਂ ਇਹਦੇ ਨਾਲ ਕਾਉਂਸਲਿੰਗ ਕੀਤੀ ਹੈ ਤੇ ਦਿਲਾਸਾ ਦਿੱਤਾ ਹੈ ਕਿ ਵੂਮਨ ਸੈੱਲ ਹੈਗੇ ਹੈ, ਸਾਡੇ ਵਰਗੇ ਬੰਦੇ ਉੱਥੇ ਵਿੱਚ CP ਸਾਹਿਬ ਦੀ ਨਿਗਰਾਨੀ ਵਿੱਚ ਕੰਮ ਵੀ ਕਰਦੇ ਆ। ਮੇਰੀ ਆਪਣੀ ਵੀ NGO ਚੱਲਦੀ ਹੈ ਵਿਮਨ ਰਾਈਟਸ ਦੇ ਉੱਪਰ, ਤੇ ਅਸੀਂ ਕੋਸ਼ਿਸ਼ ਇਹੋ ਕਰਦੇ ਹਾਂ ਕਿ ਇਹਨਾਂ ਨੂੰ ਮੋਰਲੀ ਸਪੋਰਟ, ਜਿਹੜਾ ਇਮੀਡੀਏਟ ਮੋਰਲ ਸਪੋਰਟ ਚਾਹੀਦਾ ਉਹ ਮਿਲ ਸਕੇ। ਤੇ ਜਦੋਂ ਇਮੀਡੀਏਟ ਜਿਹੜੇ ਸਾਨੂੰ ਐਕਸ਼ਨਸ ਲੱਗਦੇ ਹੈ ਕਿ ਅਸੀਂ ਇਹਦੀ ਕੰਪਲੇਂਟ ਇਹਨੂੰ ਜਿਹੜਾ, ਕਿਉਂਕਿ ਮੋਰਲ ਸਪੋਰਟ ਹੋਏਗਾ ਕਿ ਇਹਦੀ ਕੰਪਲੇਂਟ ਸੁਣਵਾਈ ਹੋਈ ਗਈ ਹੈ, ਕਿਉਂਕਿ ਹੁਣ ਤੱਕ ਤਾਂ ਇਹਨੂੰ ਇਹੋ ਲੱਗ ਰਿਹਾ ਸੀ ਕਿ ਇਹਦੀ ਸੁਣਵਾਈ ਨਹੀਂ ਹੋ ਰਹੀ ਹੈ, ਤੇ ਹੁਣ ਸੁਣਵਾਈ ਇਹਨੂੰ ਲੱਗ ਰਿਹਾ ਹੈ ਕਿ ਇੱਥੇ ਕੰਪਲੇਂਟ ਲਿਖੀ ਗਈ ਹੈ। ਹੁਣ ਅਸੀਂ CP ਸਾਹਿਬ ਕੋਲ ਜਾ ਕੇ ਇਹਦੀ ਜਿਹੜੀ ਵੀ ਅਰਜ਼ੀ ਹੋਏਗੀ, ਜਿਵੇਂ ਦੀ ਵੀ ਸੈਟਲਮੈਂਟ ਇਹ ਚਾਹੇਗੀ, ਤੇ ਇਹਦੇ ਹਸਬੈਂਡ ਦੇ ਨਾਲ ਕਰਾ ਕੇ ਜਿਵੇਂ ਜੋ ਵੀ ਇਹ ਚਾਹੇਗੀ, ਇਹਨੂੰ ਕੋਸ਼ਿਸ਼ ਕਰਾਂਗੇ ਕਿ ਇਹਨੂੰ ਵੱਧ ਤੋਂ ਵੱਧ ਇਨਸਾਫ ਮਿਲ ਸਕੇ। ਲੇਡੀ ਦੇ ਹਸਬੈਂਡ ਵੀ ਸਾਡੇ ਨਾਲ ਮੌਜੂਦ ਨੇ। ਲੇਡੀ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਤੁਸੀਂ ਕੁੱਟਦੇ ਹੋ, ਤੁਹਾਡੀ ਆਪ ਦੀ ਕੁੜੀ ਹੈ, ਤੁਹਾਨੂੰ ਲੱਗਦਾ ਹੈ ਕਿ ਆਪਣੀ ਘਰਵਾਲੀ ਨੂੰ ਕੁੱਟਣਾ ਸਹੀ ਹੈ? ਮੈਨੂੰ ਡਾਊਟ ਸੀਗਾ ਮੈਰਿਜ ਤੋਂ ਬਾਅਦ ਨਾ, ਇਹ ਆਪਣੇ ਬॉयਫ੍ਰੈਂਡ ਨਾਲ ਗੱਲਾਂ ਮਾਰਦੀ ਸੀਗੀ। ਇਹਦੇ ਬॉयਫ੍ਰੈਂਡ ਨੇ ਮੈਨੂੰ ਇਹਦੀਆਂ ਵਿਆਹ ਤੋਂ ਬਾਅਦ ਦੀਆਂ ਫੋਟੋਆਂ ਭੇਜੀਆਂ, ਮੇਰੇ ਘਰ ਰਹਿ ਕੇ ਮੈਂ ਆਪਣੇ ਬॉयਫ੍ਰੈਂਡ ਨੂੰ ਬੁਲਾਇਆ ਗਿਆ, ਆਲੋ ਦੀਆਂ ਫੋਟੋਆਂ ਆਲੋ। ਤੇ ਤੁਸੀਂ ਫਿਰ ਉਦੋਂ ਸੁਲਝਾਉਂਦੇ, ਗੱਲ ਕਰਦੇ, ਮਾਰਨਾ ਸੋਲੂਸ਼ਨ ਹੈ? ਮਾਰਾ ਤਾਂ ਮੈਮ ਕੱਲ ਆ, ਜਦੋਂ ਇਹ ਗਾਲਾਂ ਕੱਢਦੀ ਆ ਕੁੜੀ ਬਾਰੇ ਗਲਤ ਬੋਲਦੀ ਆ, ਕੁੜੀ ਤੇਰੀ ਨੂੰ ਇਦਾਂ ਉਦਾਂ, ਆਲੋ ਉਹਦੀਆਂ ਫੋਟੋਆਂ ਆਲੋ ਜੀ। ਇਹਦੇ ਬॉयਫ੍ਰੈਂਡ ਦੀਆਂ ਫੋਟੋਆਂ ਆਣੀਆਂ ਵਿਆਹ ਤੋਂ ਬਾਅਦ ਦੀਆਂ ਆਲੋ, ਠੀਕ ਆ ਜੀ। ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਮੈਂ ਸਾਰੀ ਗੱਲਾਂ ਦੱਸ ਕੇ ਵਿਆਹ ਕਰਾਇਆ। ਮੈਂ ਵਿਆਹ ਤੋਂ ਬਾਅਦ ਦੀਆਂ ਫੋਟੋਆਂ ਨੇ ਜੀ, ਮੈਨੂੰ ਕੁਝ ਨਹੀਂ ਦੱਸਿਆ। ਜੇ ਮੈਨੂੰ ਦੱਸਿਆ ਗਿਆ ਹੁੰਦਾ ਤਾਂ ਮੈਂ ਮੈਰਿਜ ਕਰਾਉਂਦਾ। ਪਹਿਲੇ ਮੈਰਿਜ ਕੀਤੀ ਇਹਨਾਂ ਨੇ, ਉਹ ਤੋਂ ਡਿਵੋਰਸ ਲੈ ਲਿਆ, ਇੱਕ ਬॉयਫ੍ਰੈਂਡ ਨਾਲ ਰਹਿਣ ਲੱਗ ਗਏ, ਉਹਦੇ ਮੁੜ ਕੇ 76 ਪਰਚਾ ਦਰਜ ਕਰਾਤਾ, ਉਹ 'ਤੇ ਪਰਚਾ ਦਰਜ ਕਰਾਉਂਦਾ ਇਹ ਨਾਲ ਰਹਿਣ ਲੱਗ ਗਏ, ਇਹ ਤੋਂ ਲੜ ਕੇ ਮੇਰੇ ਨਾਲ ਵਿਆਹ ਕਰਾ ਲਿਆ, ਮੈਨੂੰ ਦੱਸਿਆ ਨਹੀਂ। ਇਹਦੇ ਬॉयਫ੍ਰੈਂਡ ਨੂੰ ਫੋਟੋਆਂ ਭੇਜੀਆਂ ਭਾਜੀ, ਆਲੋ ਦੇਖੋ ਜੀ, ਲਓ ਠੀਕ ਆ ਜੀ। ਇਹਨੇ ਆਪਣੇ ਮਾਮੀ ਘਰ ਜਾ ਕੇ, ਇਹਦੇ ਮਾਮੀ ਦੇ ਘਰੇ ਗਈ, ਉੱਥੇ ਜਾ ਕੇ ਬॉयਫ੍ਰੈਂਡ ਨੂੰ ਬੁਲਾਇਆ, ਉੱਥੇ ਜਾ ਕੇ ਉਹਨਾਂ ਦੇ ਘਰੇ ਰਹਿ ਕੇ ਫੋਟੋਆਂ ਖਿੱਚੀਆਂ, ਆਲੋ ਆ ਇਹਦੀ ਮਾਮੀ ਇਹਦੇ ਸਾਹਮਣੇ, ਠੀਕ ਆ ਆਲੋ। ਤੁਹਾਨੂੰ ਪੱਕਾ ਪਤਾ ਕਿ ਵਿਆਹ ਦੇ ਬਾਅਦ ਦੀਆਂ ਫੋਟੋ ਹੈ? ਹਾਂਜੀ ਮੈਮ, ਉਹਨੇ ਆਲੋ ਮੈਮ, ਇਹ ਤਾਂ ਬਕਾਇਦਾ ਤਰੀਕ ਲਿਖੀ ਹੋਈ ਆ, ਆਲੋ 19 ਜਨਵਰੀ ਲਓ। ਫਿਰ ਤੁਸੀਂ ਕੰਪਲੇਂਟ ਨਹੀਂ ਕੀਤੀ, ਇਹਨਾਂ ਨਾਲ ਗੱਲ ਨਹੀਂ ਕੀਤੀ? ਮੈਂ ਗੱਲ ਕੀਤੀ, ਇਹਨਾਂ ਨੇ ਆਪਣੀ ਸੌਰੀ ਫੀਲ ਕੀਤੀ, ਕਹਿੰਦੇ ਵੀ ਮੇਥੋਂ ਗਲਤੀ ਹੋਈ ਆ, ਵੀ ਮੈਂ ਉਸ ਗਲਤੀ ਦੀ ਮਾਫੀ ਮੰਗਦੀ ਆ, ਮੇਰੇ ਕੋਲ ਉਹਦੀ ਵੀ ਰਿਕਾਰਡਿੰਗ ਹੈਗੀ ਆ ਕਿ ਮੈਂ ਗਲਤੀ ਕੀਤੀ, ਮੈਨੂੰ ਮਾਫ ਕਰ ਦਿਓ, ਵੀ ਜਿਹੜਾ ਮੈਂ ਕਰਤਾਗਾ ਵੀ ਦੁਬਾਰਾ ਜ਼ਿੰਦਗੀ ਦੁਬਾਰਾ ਨਹੀਂ ਕਰਦੀ। ਮੈਂ ਕਿਹਾ ਠੀਕ ਆ। ਜਿੱਥੇ ਆਂਟੀ ਕੋਲ ਇਹਨਾਂ ਰੈਂਟ ਦੇ ਕਮਰਾ ਲਿਆ, ਉੱਥੇ ਕਾਲ ਕਰਦੇ ਰਹੇ ਨੇ, ਇਹ ਫਰੈਂਡ ਹੈਗੀ ਇਹਨਾਂ ਦੀ, ਇੱਕ ਉਹਨੂੰ ਵੀ ਪਤਾ ਗਾ। ਇਹਦੀ ਮੰਮੀ ਖੁਦ ਇਹਦੇ ਬॉयਫ੍ਰੈਂਡ ਨੂੰ ਲੈ ਕੇ ਮੇਰੇ ਘਰੇ ਆਈ ਗੱਡੀ 'ਚ, ਇਹਦਾ ਬੇਟਾ ਉਹਦੇ ਕੋਲ ਜਾ ਕੇ ਪੈਸੇ ਲੈਣ ਜਾਂਦਾ, ਠੀਕ ਆ। ਮੈਂ ਰਿਕਾਰਡਿੰਗ ਦੇ ਦਿੰਦਾ ਉਸ ਚੀਜ਼ ਦੀ, ਮੇਰੇ ਕੋਲ ਰਿਕਾਰਡਿੰਗ ਹੈਗੀਆਂ ਬਕਾਇਦਾ, ਤੁਸੀਂ ਲੈ ਲਓ, ਠੀਕ ਆ। ਮੈਨੂੰ ਕੱਲ ਡਾਊਟ ਸੀਗਾ ਕਿ ਇਹਦੀ ਹੁਣ ਵੀ ਗੱਲ ਹੁੰਦੀ ਹੈ ਇਹਦੇ ਫੋਨ 'ਤੇ। ਮੈਂ ਤਾਂ ਫੋਨ ਲੈ ਗਿਆ ਰਾਤੀ, ਉਹੀ 7:34 'ਤੇ ਸਵੇਰੇ ਮਾਰਨਿੰਗ ਆਲੋ ਉਹਦੀ ਮਿਸ ਕਾਲ ਆ ਗਈ ਇਹਦੇ ਬॉयਫ੍ਰੈਂਡ ਦੀ। ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਤੁਸੀਂ ਆਪ ਫੋਨ ਕੀਤਾ ਤੇ ਬਾਅਦ ਚੋਂ ਇਹਦੇ ਬॉयਫ੍ਰੈਂਡ ਨੂੰ ਬੁਲਾਇਆ ਜਾਵੇ, ਉਹਦੀ ਫੋਨ ਦੀ ਡਿਟੇਲ ਕਢਾਈ ਜਾਵੇ। ਜੇ ਮੈਂ ਫੋਨ ਕੀਤਾ ਹੋਊਗਾ ਤੇ ਮੈਂ ਕਸੂਰਵਾਰ ਹਾਂ, ਠੀਕ ਆ ਜੀ। ਜੇ ਇਹਨੇ ਕੀਤਾ ਉਹਦੇ ਕਸੂਰਵਾਰ ਆ ਲਓ ਭਾਜੀ, ਉਹਦੀ ਵੀ ਬਣਾਓ। ਇਹਦੀ ਇਨਕਮਿੰਗ ਜਿਹੜੀ ਹੈ ਆਊਟ ਸਵੇਰੇ 7:34 ਤੇ ਮਿਸ ਕਾਲ ਆਈ ਆ ਉਹਦੀ, ਠੀਕ ਆ। ਇਹਦੇ ਬॉयਫ੍ਰੈਂਡ ਨੂੰ ਬੁਲਾਇਆ ਜਾਵੇ, ਸਾਰੀਆਂ ਗੱਲਾਂ। ਇਹਦੇ ਬॉयਫ੍ਰੈਂਡ ਨੇ ਮੈਨੂੰ ਫੋਟੋਆਂ ਭੇਜੀਆਂ, ਇਹਦੇ ਬॉयਫ੍ਰੈਂਡ ਨੇ ਰਿਕਾਰਡਿੰਗਾਂ ਭੇਜੀਆਂ ਮੈਨੂੰ। ਇੱਕ ਮਿੰਟ ਮੈਂ ਦੱਸਦੀ ਹਾਂ, ਇਹ ਮੇਰਾ ਫੋਨ ਖੋ ਕੇ ਲੈ ਗਏ ਸੀਗੇ, ਇਹ ਮੇਰਾ ਫੋਨ ਕੱਲ ਦਾ ਖੋ ਕੇ ਲੈ ਗਏ, ਸਾਰੀ ਗਲੀ ਨੂੰ ਪਤਾ ਹੈ। ਜੇ ਇਹ ਬੰਦਾ ਫੋਨ ਕਰੇਗਾ ਕਿਸੇ ਨੂੰ, ਬੈਕ ਕਾਲ ਆਊਗੀ, ਨੈਚੁਰਲੀ ਆਊਗੀ ਕਿ ਕੌਣ ਮੈਨੂੰ ਕਾਲ ਕਰ ਰਿਹਾ ਹੈ ਨਾ, ਇਹਦਾ ਨੂੰ ਮਿਸ ਕਾਲ ਮਾਰ ਕੇ ਬੰਦ ਕਰ ਰਿਹਾ। ਉਹਨਾਂ ਨੇ ਬੈਕ ਕਾਲ ਕਰੂਗੇ ਤਾਂ ਗੱਲ ਹੋਊਗੀ ਨਾ। ਜਾਂ ਮੇਰੀ ਆਊਟਗੋਇੰਗ ਕਾਲ ਕਢਾ ਕੇ ਦੇਖਣ ਕੱਲ ਤੋਂ ਪਹਿਲਾਂ ਦੀ, ਕਿ ਵੀ ਕਿੰਨੇ 5 ਮਹੀਨੇ ਜਿੰਨੇ ਮਹੀਨੇ ਮੈਂ ਇੱਥੇ ਰਹੀ ਹਾਂ, ਉਹ ਕਾਲ ਡਿਟੇਲ ਇਸ ਨੰਬਰ ਤੋਂ ਕਢਾਉਣ ਕਿ ਜੇ ਮੈਂ ਕੀਤੀ ਹੈ ਤਾਂ ਮੈਂ ਗੁਨਾਹਗਾਰ ਹਾਂ, ਠੀਕ ਹੈ ਨਾ ਜੀ। ਮੈਡਮ ਮੈਂ ਤਾਂ ਸਬੂਤ ਦੇ ਰਿਹਾ, ਮੈਂ ਤਾਂ ਸਬੂਤ ਦਿਖਾ ਰਿਹਾ। ਆਲੋ ਸਵੇਰੇ 7:34 ਤੇ ਉਹਦੀ ਆਲੋ 7 ਮੁੜ ਕੇ 47 ਤੇ ਨੂੰ ਬੈਕ ਕਾਲ ਕੀਤੀ ਆ। ਆਲੋ ਮੈਂ ਮੁੜ ਕੇ 7:47 ਤੇ ਨੂੰ ਬੈਕ ਕਾਲ ਕੀਤੀ ਆ, ਮੈਂ ਉਹਨੇ ਫੋਨ ਚੱਕਿਆ ਨਹੀਂ। ਆਲੋ ਦੇਖੋ, ਜੇ ਤੁਸੀਂ ਮਿਸ ਕਾਲ ਮਾਰ ਛੱਡੋਗੇ ਕੋਈ ਠੀਕ ਆ। ਕਾਲ ਕਰੇਗਾ ਨਾ ਤੁਹਾਨੂੰ ਬਕਾਇਦਾ। ਜਦੋਂ ਉਹਨੇ ਮੈਂ ਸੁੱਤਾ ਆਇਆ ਸੀ, ਉਹਨੇ 7:34 ਤੇ ਮੈਂ ਆਲੋ ਦੇਖੋ 7:34 ਤੇ ਮਿਸ ਕਾਲ ਮਾਰੀ ਉਹਨੇ, ਠੀਕ ਆ। ਉਹਦੇ ਫੋਨ ਨੂੰ ਡਿਟੇਲ ਲੋਕੇਸ਼ਨ ਕਢਾਈ ਜਾਵੇ, ਡਿਟੇਲ ਕਢਾਈ ਜਾਵੇ। ਕੋਈ ਵੀ ਹੈਗਾ, ਚਾਹੇ ਮੈਂ ਵੀ ਹੋਊਂਗੀ, ਮੈਂ ਬੈਕ ਕਾਲ ਤਾਂ ਕਰੂੰਗੀ ਨਾ ਵੀ ਕੌਣ ਬੋਲ ਰਿਹਾ। ਚਲੋ ਇਹ ਸਾਰੀ ਗੱਲ ਨਾ ਆਪਾਂ ਸੈਲ ਦੇ ਵਿੱਚ ਜੀ ਹੁਣ ਤੁਸੀਂ ਪੁਲਿਸ ਨਾਲ ਤੁਹਾਡੀ ਗੱਲ ਹੋ ਗਈ, ਸੈਟਲਮੈਂਟ ਹੋ ਰਹੀ ਹੈ? ਨਾ ਜੀ, ਹੁਣ ਸਾਡਾ ਇਹ ਆ ਵੀ ਅਸੀਂ ਇਕੱਠੇ ਨਹੀਂ ਰਹਿ ਸਕਦੇ।
ਸੋਚ ਲਿਆ ਹੁਣ ਡਿਵੋਰਸ ਲਿਆ ਜਾਏਗਾ? ਹਾਂਜੀ ਥੋੜੀ ਲੈਂਦਾ ਬੰਦਾ ਔਰ ਤਾਂ ਹਰ ਕੋਈ ਇਹ ਤਾਂ ਨਹੀਂ ਕਰਦਾ। ਕੁੱਟਣ ਦੇ ਜੋ ਆਰੋਪ ਲਗਾਏ ਗਏ ਨੇ, ਤੁਸੀਂ ਕੁੱਟਿਆ ਉਹਨਾਂ ਨੂੰ? ਕੁੱਟਿਆ ਮੈਮ, ਜਦੋਂ ਇਹ ਗਾਲਾਂ ਕੱਢਦੀ ਆ, ਮੇਰੀ ਕੁੜੀ ਬਾਰੇ ਗੰਦ ਬੋਲਦੀ ਆ। ਮੇਰੀ ਰਿਕਾਰਡਿੰਗ ਨਾ ਮੇਰੀ ਤੁਸੀਂ ਮਹੱਲੇ 'ਚ ਜਾ ਕੇ ਪੁੱਛ ਸਕਦੇ ਹੋ, ਜਿੱਥੇ ਮੈਂ ਰੈਂਟ ਤੇ ਰਹਿਣਾਗਾ, ਤੁਸੀਂ ਉੱਥੇ ਜਾਓ, ਜਾ ਕੇ ਇਨਕੁਆਇਰੀ ਕਰੋ। ਕਹਿ ਦੇਣ ਅੱਜ ਤੱਕ 4 ਮਹੀਨਾ ਮੇਰੀ ਉੱਚੀ ਆਵਾਜ਼ ਕਿਸੇ ਨੇ ਗੱਲ ਵੀ ਸੁਣੀ ਹੋਵੇ ਤਾਂ ਮੈਡਮ ਦੇ ਸਾਹਮਣੇ ਠੀਕ ਹੈ ਵੀ ਮੈਂ ਕੋਈ ਉੱਚੀ ਆਵਾਜ਼ 'ਚ ਗੱਲ ਵੀ ਕੀਤੀ ਆ। ਸਵੇਰੇ ਮੈਂ 9 ਵਜੇ ਕੰਮ ਤੇ ਜਾਣਾ, ਰਾਤ ਨੂੰ 9:30 10 ਵਜੇ ਘਰੇ ਆਉਣਾਗਾ, ਤੇ ਮੇਰੇ ਕੋਲ ਕਿਹੜਾ ਟਾਈਮ ਆ ਕਿ ਮੈਂ ਇਹਦੇ ਨਾਲ ਗਾਲਾਂ ਕੱਢਾਂ ਤੇ ਲੜਾਈ ਕਰੂੰਗਾ? ਦੱਸੋ। ਕਿਉਂ ਨਹੀਂ ਟਾਈਮ ਹੁੰਦਾ? ਪੂਰੀ ਰਾਤ ਹੁੰਦੀ 9 ਵਜੇ ਜਾਣਾ, 10 ਵਜੇ ਮੈਂ ਘਰੋਂ ਉੱਥੋਂ ਕੰਮ ਤੋਂ ਆਉਣਾਗਾ, ਆ ਕੇ ਰੋਟੀ ਖਾ ਕੇ ਪੈ ਜਾਣਾ। ਗਾਲਾਂ ਕੱਢ ਕੇ ਜਾਂਦੇ ਨੇ। ਠੀਕ ਆ, ਇਸ ਚੀਜ਼ ਦੀ ਜਾ ਕੇ ਮਹੱਲੇ ਇਨਕੁਆਇਰੀ ਕਰ ਲਓ ਤੁਸੀਂ। ਮਹੱਲੇ ਵਾਲੇ ਕਹਿ ਦੇਣ ਕਦੇ ਉਹਨਾਂ ਨੇ ਮੇਰੀ ਗੱਲ ਸੁਣੀ ਹੈ ਜਾਂ ਮੇਰੀ ਉੱਚੀ ਆਵਾਜ਼ ਸੁਣੀ ਆ ਤੇ ਮੈਂ ਕਸੂਰਵਾਰ ਆ। ਥੋੜੀ ਨਾ ਸੁਣਾਵਾਂਗੇ ਅਸੀਂ, ਕੋਈ ਵੀ ਬੰਦਾ ਹੈ ਅੰਦਰ ਮੈਨੂੰ ਕੁੱਟਦੇ ਪਏ ਆ। ਤਾਂ ਹੁਣ ਜਿੱਥੇ ਔਰਤਾਂ ਦੀ ਗੱਲ ਹੁੰਦੀ ਹੈ, ਫਿਰ ਵੀ ਉਹਨਾਂ ਨੂੰ ਘਰਾਂ ਵਿੱਚ ਕਿਤੇ ਨਾ ਕਿਤੇ ਕੁੱਟਮਾਰ ਸਹਿਣੀ ਪੈਂਦੀ ਹੈ। ਕੁਝ ਅਜਿਹੇ ਲੋਕ ਵੀ ਆ ਜਾਂਦੇ ਨੇ ਜੋ ਰੱਬ ਦਾ ਰੂਪ ਹੁੰਦੇ ਨੇ, ਵਿੱਚ ਆ ਕੇ ਜੋ ਘਰ ਦੇ ਮਸਲੇ ਹੁੰਦੇ ਨੇ ਉਹਨਾਂ ਨੂੰ ਸੁਲਝਾਇਆ ਜਾਂਦਾ ਹੈ। ਤੇ ਇਹਨਾਂ ਦਾ ਵੀ ਮਾਮਲਾ ਕਮਿਸ਼ਨਰ ਸਾਹਿਬ ਤੱਕ ਪਹੁੰਚਾਇਆ ਜਾਵੇ। ਜੋ ਲੋਕ ਵੀ ਬੈਠੇ ਨੇ ਉਹ ਵੀ ਜ਼ਰੂਰ ਸ਼ੇਅਰ ਕਰਨ, ਜੋ ਸੁਣ ਰਹੇ ਨੇ, ਕਮਿਸ਼ਨਰ ਸਾਹਿਬ ਤੱਕ ਪਹੁੰਚਾਇਆ ਜਾਵੇ ਤਾਂ ਔਰਤ ਜੋ ਇਨਸਾਫ ਦੀ ਮੰਗ ਕਰ ਰਹੀ ਉਹਨੂੰ ਵੀ ਕੀਤੀ ਜਾਏ, ਤੇ ਜੋ ਉਸਦਾ ਪਤੀ ਕਹਿ ਰਿਹਾ ਉੱਥੇ ਵੀ ਜਿਨ੍ਹਾਂ ਨੂੰ ਇਨਸਾਫ ਚਾਹੀਦਾ ਹੈ ਉਹ ਇਨਸਾਫ ਦੀ ਮੰਗ ਕੀਤੀ ਜਾਵੇ, ਇਨਸਾਫ ਦਿੱਤਾ ਜਾਵੇ। ਹੋਰ ਖਬਰਾਂ ਲਈ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ। ਕੈਮਰਾਮੈਨ ਵਿੱਕੀ ਦੇ ਨਾਲ ਜਸਨੂਰ ਤਵਨ, ਲੁਧਿਆਣਾ।